ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 126ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਓ ਅਬਨਾਸੀ ਰਾਇਆ ਨਿਰਭਉ ਸੰਗ ਤੁਮਾਰੇ ਬਸਤੇ, ਇਹ ਡਰਨ ਕਹਾਂ ਤੇ ਆਇਆ ਰਹਾਓ। ओ अबनासी राया निरपौ संग तुम्हारे बसते, ये डरन कहाँ ते आया रहाओ। एक महल तू होए अफारो, एक महल निमानो, एक महल तू आपे आपे, एक महल गिरबानो। एक महल तू पंडित बख्ता, एक महल खल होता, एक महल तू सब कुछ ग्राहज, एक महल कुछ न लेता। काठ की पुत्री कहाँ करे बपरी, काठ की पुत्री कहाँ करे बपरी, बपरी खिलाव नहार हो जाने। जैसा पेख करावे बाजी कर, ओ तैसो ही साज आने। अनेक कोठरी बहुत पांत करिया, आप हुआ रखवारा। जैसे महल राखे तैसे रहना, क्या ये करे बिचारा। जिन कुछ किया सोई जाने, जिन्ने सब बिद साजी। कौन नानक अपरम पर स्वामी, कीमत कपने काजी। जिन किछ किया सोई जाने, जिन्ने सब बिद साजी। कौन नानक अपरम पर स्वामी, कीमत अपने काजी। इस शब्द विच गुरु जी प्रश्न करते हैं पहले हिस्सिਆਂ ਵਿੱਚ कि ਉਹ ਅਬਨਾਸੀ ਪੁਰਖ, ਅਬਨਾਸੀ ਰਾਇਆ ਭਾਵ ਉਹ ਅਬਨਾਸੀ ਪਰਮੇਸ਼ਰ ਵਿਨਾਸ਼ ਤੋਂ ਰਹਿਤ ਰਾਜਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੜੇ ਗੁਰਮੁਖ ਨਿਰਭਉ ਸੰਗ ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਉਸ ਪਰਮੇਸ਼ਰ ਸੰਗ ਲੱਗੇ ਹਨ ਜੀ, ਉਹਨਾਂ ਨੂੰ ਕਿਸ ਚੀਜ਼ ਦਾ ਡਰ ਹੈ ਜੀ। ਉਹਨਾਂ ਨੂੰ ਕਿਹੜੀ ਜਗ੍ਹਾ ਤੋਂ ਡਰ ਆਇਆ ਹੈ ਜੀ। ਜਦੋਂ ਕਿ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਉਹਨਾਂ ਦੇ ਅੰਗ ਸੰਗ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ, ਮਹਿਲ ਇੱਕ ਮਹਿਲ ਤੋਂ ਹੋਏ ਅਫਾਰੋ ਭਾਵ ਇਸ ਸਰੀਰ ਵਿੱਚ ਤੂੰ ਹੰਕਾਰੀ ਹੋ ਗਿਆ ਹੈ ਕਿ ਮੈਂ ਬੜੇ ਗਿਆਨ ਵਾਲਾ ਹਾਂ ਜੀ। ਇਹ ਇੱਕ ਅਵਸਥਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇੱਕ ਮਹਿਲ ਗਿਰਬਾਣੋ, ਤੇ ਇੱਕ ਸਰੀਰ ਵਿੱਚ ਤੂੰ ਨਿਰਮਾਣਤਾ ਵਾਲਾ ਬਣ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਭਾਵ ਇੱਕ ਅਵਸਥਾ ਵਿੱਚ ਤੂੰ ਆਪ ਹੀ ਆਪ ਖੁਦ ਮੁਖਤਿਆਰ ਬਣੀ ਬੈਠਾ ਹੈ ਜੀ, ਅਤੇ ਇੱਕ ਅਵਸਥਾ ਵਿੱਚ ਗਰੀਬੀ ਵਾਲਾ ਵੇਸ ਧਾਰਨ ਕਰੀ ਬੈਠਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ, ਇੱਕ ਅਵਸਥਾ ਵਿੱਚ ਤੂੰ ਵਿਖਿਆਨ ਕਰਨ ਵਾਲਾ ਪੰਡਿਤ ਬਖਤਾ ਭਾਵ ਵਿਦਵਾਨ ਬਣਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇੱਕ ਮਹਿਲ ਰੂਪ ਸਰੀਰ ਅਵਸਥਾ ਵਿੱਚ ਤੂੰ ਮੂਰਖ ਦਾ ਰੂਪ ਧਾਰ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇੱਕ ਅਵਸਥਾ ਵਿੱਚ ਸਭ ਕੁਛ ਗ੍ਰਹਿਣ ਕਰਨ ਵਾਲਾ ਤੂੰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇੱਕ ਅਵਸਥਾ ਵਿੱਚ ਤੂੰ ਕੁਝ ਵੀ ਨਹੀਂ ਲੈਂਦਾ ਜੀ। ਇਹਨਾਂ ਪ੍ਰਸ਼ਨਾਂ ਦਾ ਉੱਤਰ ਗੁਰੂ ਜੀ ਥੱਲੇ ਨੀਚੇ ਸ਼ਬਦਾਂ 'ਚ ਦੱਸਦੇ ਹਨ ਜੀ। ਗੁਰੂ ਜੀ ਕਹਿੰਦੇ ਹਨ ਕਿ ਇਹ ਸਾਰੀ ਰਚਨਾ ਉਸ ਪਰਮੇਸ਼ਰ ਦੀ ਖੇਡ ਹੈ ਜੀ, ਅਤੇ ਅਸੀਂ ਇੱਕ ਕਾਠ ਦੀ ਪੁਤਲੀ ਵਾਂਗਰ ਹਾਂ ਜੀ। ਤੇ ਕਾਠ ਦੀ ਪੁਤਲੀ ਵਿਚਾਰੀ ਆਪਣੇ ਆਪ ਕੀ ਕਰ ਸਕਦੀ ਹੈ ਜੀ, ਭਾਵ ਕੁਝ ਨਹੀਂ ਕਰ ਸਕਦੀ ਜੀ। ਜਿਸ ਤਰ੍ਹਾਂ ਪਰਮੇਸ਼ਰ ਸਾਨੂੰ ਰੱਖੇ ਅਸੀਂ ਉਸ ਤਰ੍ਹਾਂ ਹੀ ਰਹਿਣਾ ਹੈ ਜੀ। ਸਾਡੇ ਵੱਸ ਕੁਝ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ
ਪਰ ਇਸ ਦਾ ਭੇਦ ਪੁਤਲੀਆਂ ਨੂੰ ਖਿਡਾਉਣ ਵਾਲਾ ਬਾਜੀਗਰ ਚੰਗੀ ਤਰ੍ਹਾਂ ਜਾਣਦਾ ਹੈ ਜੀ ਕਿ ਇਹ ਕਾਠ ਦੀਆਂ ਪੁਤਲੀਆਂ ਨੂੰ ਕਿਸ ਤਰ੍ਹਾਂ, ਕਿਹੋ ਜਿਹਾ ਸਵਾਂਗ, ਨਾਚ, ਡਰਾਮਾ ਤੇ ਰੂਪ ਧਰਵਾਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਕਾਠ ਦੀ ਪੁਤਲੀ ਵਿਚਾਰੀ ਉਹ ਜਿਹਾ ਹੀ ਰੂਪ, ਉਹ ਜਿਹਾ ਹੀ ਨਾਚ, ਉਹ ਜਿਹਾ ਡਰਾਮਾ ਕਰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸੇ ਤਰ੍ਹਾਂ ਨੇਕ ਕੋਠੜੀ ਭਾਵ ਅਨੇਕ ਪ੍ਰਕਾਰ ਦੀਆਂ ਸਰੀਰ ਰੂਪੀ ਕੋਠੀਆਂ ਭਾਵ ਇਸ ਸ੍ਰਿਸ਼ਟੀ ਦੇ ਸਾਰੇ ਜੀਵ ਪਰਮੇਸ਼ਰ ਨੇ ਪੈਦਾ ਕੀਤੇ ਹਨ ਜੀ, ਅਤੇ ਫਿਰ ਉਹ ਪਰਮੇਸ਼ਰ ਆਪ ਹੀ ਉਹਨਾਂ ਦਾ ਰਖਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੋ ਜਿਹੀ ਅਵਸਥਾ ਵਿੱਚ ਪਰਮੇਸ਼ਰ ਕਿਸੇ ਜੀਵ ਨੂੰ ਰੱਖਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਸਨੂੰ ਉਸੇ ਹਾਲਤ ਵਿੱਚ ਰਹਿਣਾ ਪੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਜੀਵ ਵਿਚਾਰਾ ਕੀ ਕਰ ਸਕਦਾ ਹੈ ਜੀ, ਭਾਵ ਕੁਝ ਨਹੀਂ ਕਰ ਸਕਦਾ ਜੀ, ਭਾਵ ਸਾਡੇ ਵੱਸ ਵਿੱਚ ਕੁਝ ਨਹੀਂ ਹੈ ਜੀ, ਸਭ ਪਰਮੇਸ਼ਰ ਦੇ ਭਾਣੇ ਵਿੱਚ ਹੀ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਪਰਮੇਸ਼ਰ ਨੇ ਜਿਸ ਵਿਧੀ ਨਾਲ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ ਜੀ, ਬਣਾਈ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਜਿਸ ਪਰਮੇਸ਼ਰ ਨੇ ਇਸ ਸ੍ਰਿਸ਼ਟੀ ਦਾ ਸਾਰਾ ਖੇਲ ਰਚਾਇਆ ਹੈ ਜੀ, ਕੇਵਲ ਤੇ ਕੇਵਲ ਉਹ ਪਰਮੇਸ਼ਰ ਆਪ ਹੀ ਜਾਣਦਾ ਹੈ ਜੀ। ਹੋਰ ਕਿਸੇ ਨੂੰ ਇਸ ਦੀ ਸਮਝ ਨਹੀਂ ਆ ਸਕਦੀ ਜੀ। ਉਹ ਪਰਮੇਸ਼ਰ ਮਾਲਕ ਪਰੇ ਤੋਂ ਪਰੇ, ਅਪਰੰਪਰ, ਬੇਅੰਤ ਸਵਾਮੀ ਮਾਲਕ ਹੈ ਜੀ, ਅਤੇ ਆਪਣੇ ਕੰਮਾਂ ਦੀ ਕੀਮਤ ਆਪਣੇ ਕਾਜੀ ਭਾਵ ਆਪਣੇ ਕੰਮਾਂ ਦੀ ਕੀਮਤ ਉਹ ਆਪ ਪਰਮੇਸ਼ਰ ਆਪ ਹੀ ਜਾਣਦਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਦੀ ਇਸ ਪੰਕਤੀ 'ਚ ਗੁਰੂ ਜੀ ਕਹਿੰਦੇ ਹਨ ਉਹ ਵਿਨਾਸੀ ਰਾਇਆ ਨਿਰਭਉ ਸੰਗ ਤੁਮਾਰੇ ਬਸਦੇ ਡਰਨ ਕਹਾਂ ਤੇ ਆਇਆ। ਭਾਵ ਉਹ ਪਰਮੇਸ਼ਰ ਨਾਸ਼ ਰਹਿਤ ਰਾਜਾ ਹੈ ਜੀ, ਮਾਲਕ ਹੈ ਜੀ, ਸਵਾਮੀ ਹੈ ਜੀ, ਗੁਰੂ ਹੈ ਜੀ। ਫਿਰ ਜਿਹੜੇ ਗੁਰਮੁਖ ਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਨਾਲ ਜੁੜਦੇ ਹਨ ਜੀ, ਉਹਨਾਂ ਨੂੰ ਕਿਸ ਚੀਜ਼ ਦਾ ਡਰ, ਭਾਵ ਉਹ ਗੁਰੂ ਦੀ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਰਨ ਵਿੱਚ ਹਨ ਜੀ। ਹੁਣ ਉਹਨਾਂ ਨੂੰ ਕਿਸੇ ਚੀਜ਼ ਤੋਂ ਨਹੀਂ ਡਰਨਾ ਚਾਹੀਦਾ ਜੀ, ਅਤੇ ਨਾ ਹੀ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਆਉਂਦਾ ਹੈ ਜੀ। ਫਿਰ ਗੁਰੂ ਜੀ ਇਸ ਪੰਕਤੀ 'ਚ ਕਹਿੰਦੇ ਹਨ ਕਉ ਨਾਨਕ ਅਪਰੰਪਰ ਸਵਾਮੀ ਕੀਮਤ ਆਪਣੇ ਕਾਜੀ। ਗੁਰੂ ਜੀ ਕਹਿੰਦੇ ਹਨ ਉਹ ਪਰਮਾਤਮਾ ਪਰੇ ਤੋਂ ਪਰੇ ਬੇਅੰਤ ਹਰ ਜਗ੍ਹਾ ਹੈ ਜੀ, ਸਾਰੀ ਸ੍ਰਿਸ਼ਟੀ ਦੀ ਰਚਨਾ ਦਾ ਮਾਲਕ ਹੈ ਜੀ, ਤੇ ਅਸੀਂ ਉਸ ਦੀ ਕੀਮਤ ਕਿਸ ਤਰ੍ਹਾਂ ਜਾਣ ਸਕਦੇ ਹਾਂ ਜੀ। ਪਰਮੇਸ਼ਰ ਨੂੰ ਆਪਣੇ ਕੰਮਾਂ ਦਾ ਆਪ ਹੀ ਪਤਾ ਹੈ ਜੀ। ਫਿਰ ਗੁਰੂ ਜੀ ਦੱਸਦੇ ਹਨ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਅਬਿਨਾਸ਼ੀ ਪੁਰਖ ਪਰਮੇਸ਼ਰ ਨਿਰਭਉ ਭਾਵ ਭੈ ਤੋਂ ਰਹਿਤ ਹੈ ਜੀ, ਡਰ ਤੋਂ ਰਹਿਤ ਹੈ ਜੀ। ਪਰ ਪ੍ਰਸ਼ਨ ਇਹ ਉੱਠਦਾ ਹੈ ਜੀ ਕਿ ਇਹ ਜੀਵ ਫਿਰ ਕਿਉਂ ਨਿਰਭਉ ਨਹੀਂ ਹੁੰਦੇ, ਜਦੋਂ ਕਿ ਪਰਮੇਸ਼ਰ ਵਾਹਿਗੁਰੂ ਇਸ ਦੇ ਅੰਦਰ ਇਸ ਦੇ ਨਾਲ ਵਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸੱਚਾਈ ਇਹ ਹੈ ਜੀ ਕਿ ਹਰ ਇੱਕ ਜੀਵ ਉਸ ਅਬਿਨਾਸੀ ਪਰਮੇਸ਼ਰ ਪੁਰਖ ਦੇ ਅੰਦਰ ਨਾਲ ਹੀ ਵਸਦਾ ਹੈ ਜੀ। ਫਿਰ ਜਿਹੜੇ ਗੁਰਮੁਖ ਵਾਹਿਗੁਰੂ ਜੀ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਿਮਰਨ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਨੂੰ ਹੀ ਆਪਣੇ ਹਿਰਦੇ ਵਿੱਚ ਤੇ ਹਰ ਜਗ੍ਹਾ ਆਪਣੇ ਸੰਗ ਅਤੇ ਆਪਣੇ ਅੰਦਰ ਹੀ ਪਾਉਂਦੇ ਹਨ ਜੀ।
ਅਤੇ ਹਰ ਪਾਸੇ ਉਹ ਨਿਰਭਉ ਹੋ ਜਾਂਦੇ ਹਨ ਜੀ। ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਉਹਨਾਂ ਗੁਰਮੁਖਾਂ ਨੂੰ ਉਸ ਨਿਰਭਉ ਜੋਤ ਦੇ ਦਰਸ਼ਨ ਹੁੰਦੇ ਹਨ ਜੀ। ਇਸ ਸ਼ਬਦ ਵਿੱਚ ਕੀਤਾ ਵਿਖਿਆਨ ਬ੍ਰਹਮ ਦ੍ਰਿਸ਼ਟੀ ਦਾ ਸੂਚਕ ਹੈ ਜੀ। ਭਾਵ ਉਹਨਾਂ ਗੁਰਮੁਖਾਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਨੂੰ ਆਪਣੇ ਅੰਦਰ ਹਿਰਦੇ ਵਿੱਚ ਵਸਾ ਲਿਆ ਹੈ ਜੀ। ਤੇ ਗੁਰੂ ਉਹਨਾਂ ਦੇ ਅੰਗ ਸੰਗ ਹੈ ਜੀ। ਫਿਰ ਪਰਮੇਸ਼ਰ ਅੰਗ ਸੰਗ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀ ਹੈ ਜੀ, ਉਹ ਜਾਨੀ ਜਾਨ ਹੈ ਜੀ। ਉਹ ਹੀ ਆਪਣੇ ਕੰਮਾਂ ਦੇ ਕਦਰ, ਆਪਣੀ ਸਾਰ ਉਹੀ ਜਾਣਦਾ ਹੈ ਜੀ। ਅਸੀਂ ਨਾ ਸ਼ੁਰੂ ਤੇ ਨਾ ਅੰਤ, ਅਸੀਂ ਨਹੀਂ ਉਸਦਾ ਅੰਤ ਪਾ ਸਕਦੇ ਜੀ। ਹੋਰ ਕਿਸੇ ਨੂੰ ਉਸਦੇ ਗੁਪਤ ਭੇਦਾਂ ਦਾ ਨਹੀਂ ਪਤਾ ਚੱਲ ਸਕਦਾ ਜੀ। ਅਸੀਂ ਇੱਕ ਪਰਮੇਸ਼ਰ ਦਾ ਅੰਸ਼ ਹਾਂ ਜੀ, ਅਤੇ ਅਸੀਂ ਉਸ ਨਾਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਹਿਰਦੇ ਵਿੱਚ ਵਸਾ ਕੇ ਉਸ ਨਾਲ ਜੁੜ ਸਕਦੇ ਹਾਂ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।